ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਵਿਚਲੇ ਪਾਕਿਸਤਾਨ ਦੇ ਹਾਈ ਕਮਿਸ਼ਨ ਵੱਲੋਂ ਵਿਸਾਖੀ ਪੁਰਬ ਦੇ ਮੌਕੇ ਪਾਕਿਸਤਾਨ ਜਾਣ ਲਈ 1100 ਸਿੱਖ ਯਾਤਰੂਆਂ ਨੂੰ ਵੀਜ਼ੇ ਦਿੱਤੇ ਗਏ ਹਨ, ਜਿਹੜਾ ਕਿ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਪਰ ਵਿਊਅਰਸ ਵੇਖਣਾ ਇਹ ਹੈ ਕਿ ਕੀ ਭਾਰਤ ਸਰਕਾਰ ਇਹਨਾਂ ਯਾਤਰੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਵੇਗੀ ਜਾਂ ਫਿਰ ਪਹਿਲਾਂ ਵਾਂਗ ਕੋਵਿਡ-19 ਦਾ ਬਹਾਨਾ ਬਣਾ ਕੇ ਸਿੱਖਾਂ ਨੂੰ ਉਹਨਾਂ ਦੇ ਮਜ਼ਹਬੀ ਹੱਕਾਂ ਤੋਂ ਵਾਂਝਿਆ ਕੀਤਾ ਜਾਵੇਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਏ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਪਹਿਲਾਂ ਵੀ ਇਹ ਡਿਸਕਸ ਕੀਤਾ ਸੀ ਕਿ ਅਪ੍ਰੈਲ ਦਾ ਮਹੀਨਾ ਹੀ ਸਾਡੇ ਇਤਿਹਾਸ ਦਾ ਇੱਕ ਬੜਾ ਇੰਪੋਰਟੈਂਟ ਮਹੀਨਾ ਹੈ ਜੀ, ਕਿਉਂਕਿ ਇਸ ਦੇ ਵਿੱਚ 14 ਅਪ੍ਰੈਲ ਦਾ ਦਿਨ ਜਿਹੜਾ ਖਾਲਸਾ ਸਾਜਨਾ ਦਿਵਸ ਹੈ ਔਰ ਆਮ ਬੋਲੀ ਦੇ ਵਿੱਚ ਇਸ ਨੂੰ ਵਿਸਾਖੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ, ਪਹਿਲੀ ਵਿਸਾਖ। ਔਰ ਇਹ ਉਹ ਦਿਨ ਹੈ ਜਿੱਥੇ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਇਹ ਸਦੀਆਂ ਤੋਂ ਇੱਕ ਹਾਰਵੈਸਟਿੰਗ ਸੀਜ਼ਨ ਹੋਣ ਕਰਕੇ ਇਸ ਦਿਨ ਦੇ ਨਾਲ ਖੁਸ਼ਹਾਲੀ ਦਾ ਜੁੜਿਆ ਹੋਣਾ ਵੀ ਔਰ ਉਹ ਸਾਰੇ ਦੀ ਸੈਲੀਬ੍ਰੇਸ਼ਨ ਵੀ ਸੀ। ਪਰ ਸਿੱਖ ਧਰਮ ਦੇ ਵਿੱਚ ਇਸ ਦੀ ਇੰਪੋਰਟੈਂਸ ਜਦੋਂ ਕਿ 1699 ਦੀ ਵਿਸਾਖੀ ਵਾਲੇ ਦਿਨ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ 80,000 ਦੇ ਇਕੱਠ 'ਚੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 5 ਪਿਆਰਿਆਂ ਦੀ ਚੋਣ ਕੀਤੀ, ਖਾਲਸਾ ਪੰਥ ਦੀ ਸਾਜਨਾ ਕੀਤੀ। ਔਰ ਉਹ ਖਾਲਸਾ ਪੰਥ ਜਿਹਨੇ ਫਿਰ ਇਹਨਾਂ ਲਗਭਗ 350 ਸਾਲ ਦੇ ਦੌਰਾਨ ਕਿਵੇਂ ਦੁਨੀਆ ਦੇ ਇਤਿਹਾਸ ਦੇ ਵਿੱਚ ਆਪਣੀ ਇੱਕ ਖਾਸ ਥਾਂ ਬਣਾਈ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਸੰਬੰਧਿਤ ਸਿਰਫ ਇੱਕੋ ਹੀ ਥਾਂ ਹੈ ਜਾਂ ਗੁਰਦੁਆਰਾ ਸਾਹਿਬਾਨ ਹੈ, ਉਹ ਵੀ ਉਹਨਾਂ ਦੇ ਮਹਿਲ ਜਿਹੜੇ ਨੇ ਮਾਤਾ ਸਾਹਿਬ ਕੌਰ ਦਾ ਜਨਮ ਸਥਾਨ ਜਿਹੜਾ ਹੈ ਉਹ ਰੋਹਤਾਸ ਦੇ ਵਿੱਚ ਹੈ, ਕਿਲ੍ਹੇ ਦੇ ਵਿੱਚ। ਉੱਥੇ ਹੁਣ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਹੋ ਰਹੀ ਹੈ। ਔਰ ਵੈਸੇ ਗੁਰੂ ਗੋਬਿੰਦ ਸਿੰਘ ਸਾਹਿਬ ਕਿਉਂਕਿ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰਹੇ, ਪੌਂਟਾ ਸਾਹਿਬ ਰਹੇ ਔਰ ਉੱਧਰ ਹੀ ਜੰਗਾਂ ਕੀਤੀਆਂ, ਸੋ ਇੱਧਰ ਨਾਲ ਕੋਈ ਹੋਰ ਇਤਿਹਾਸਕ ਨਹੀਂ ਹੈ। ਲੇਕਿਨ ਕਿਉਂਕਿ ਲਗਭਗ 40% ਸਿੱਖ ਆਬਾਦੀ ਕੁੱਲ ਆਬਾਦੀ ਦਾ ਉਹ ਲਹਿੰਦੇ ਪੰਜਾਬ ਤੋਂ ਹੀ ਆਈ ਹੈ ਔਰ 47 ਤੋਂ ਵੀ ਪਹਿਲਾਂ ਬੜੀ ਫਰਵਰ ਦੇ ਨਾਲ ਇਹ ਵਿਸਾਖੀ ਦਾ ਦਿਨ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵਿਸਾਖੀ ਮੇਲਾ ਲੱਗਦਾ ਰਿਹਾ ਹੈ, ਐਮਨਾਬਾਦ ਦੇ ਅੰਦਰ, ਨਨਕਾਣਾ ਸਾਹਿਬ ਦੇ ਉੱਤੇ। ਲੇਕਿਨ ਖਾਸ ਤੌਰ 'ਤੇ ਇਸ ਨੂੰ ਪੰਜਾ ਸਾਹਿਬ ਹਸਨ ਅਬਦਾਲ ਦੇ ਵਿੱਚ ਜਿਹੜਾ ਬਿਲਕੁਲ ਬਾਰਡਰ ਦੇ ਉੱਤੇ ਪੰਜਾਬ ਦੇ ਜਾਂਦਾ ਹੈ, ਉਸ ਥਾਂ ਦੇ ਉੱਤੇ ਇਹਨੂੰ ਮਨਾਇਆ ਜਾਂਦਾ ਸੀ ਬਹੁਤ ਵੱਡੇ ਪੈਮਾਨੇ ਦੇ ਉੱਤੇ। ਔਰ ਜਦੋਂ ਨਹਿਰੂ ਲਿਆਕਤ ਅਲੀ ਪੈਕਟ ਔਰ ਬਾਅਦ ਦੇ ਵਿੱਚ ਇਹਨੂੰ ਇੱਕ ਪ੍ਰੋਟੋਕਾਲ ਦਾ ਨਾਂ ਦਿੱਤਾ ਗਿਆ, ਉਹਦੇ 'ਚ ਇਹ ਸ਼ਾਮਲ ਸੀ ਕਿ 4 ਜਥੇ ਸਾਲ ਦੇ ਵਿੱਚ ਸਿੱਖਾਂ ਦੇ ਇੰਡੀਆ ਤੋਂ ਅਲਾਓ ਹੋਣਗੇ, ਜਿਨ੍ਹਾਂ ਦੇ ਵਿੱਚ ਵੱਡਾ ਜਥਾ ਜਿਹੜਾ ਇੱਕ 3000 ਸਿੱਖਾਂ ਦਾ ਵਿਸਾਖੀ ਦੇ ਮੌਕੇ ਔਰ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਔਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ। ਬਿਲਕੁਲ। ਕਰਤਾਰਪੁਰ ਸਾਹਿਬ ਕੋਰੀਡੋਰ ਇਹ ਜਿਹੜਾ 9 ਨਵੰਬਰ 2019 ਨੂੰ ਮਿਲਿਆ ਇੱਕ ਤੋਹਫਾ ਹੈ ਪਾਕਿਸਤਾਨ ਦੀ ਹਕੂਮਤ ਵੱਲੋਂ ਲੋਕਾਂ ਵੱਲੋਂ। ਔਰ ਬਦਕਿਸਮਤੀ ਨਾਲ ਜਾਂ ਬਦਦਿਆਨਤੀ ਲਫ਼ਜ਼ ਜ਼ਿਆਦਾ ਠੀਕ ਟੁਕੇਗਾ ਕਿ ਫਰਵਰੀ 2020 ਤੋਂ ਮੋਦੀ ਸਰਕਾਰ ਨੇ ਕੋਵਿਡ-19 ਦੇ ਬਹਾਨੇ ਨਾਲ ਕਰਤਾਰਪੁਰ ਸਾਹਿਬ ਕੋਰੀਡੋਰ ਤਾਂ ਬੰਦ ਕੀਤਾ ਹੀ ਕੀਤਾ, ਪਰ ਇਹ ਸਾਰੇ 2020 ਪੀਰੀਅਡ ਦੇ ਵਿੱਚ ਈਵਨ ਜਿਹੜੇ ਆਮ ਜਥੇ ਵੀ ਜਿਹੜੇ ਕਿ 1960ਵਿਆਂ ਤੋਂ ਹੀ ਜਾ ਰਹੇ ਸੀ ਉਹਨਾਂ ਨੂੰ ਵੀ ਰੋਕ ਦਿੱਤਾ ਉਹਨਾਂ। ਔਰ ਅਸੀਂ ਸਾਕਾ ਨਨਕਾਣਾ ਸਾਹਿਬ ਦੇ ਮੌਕੇ ਵੀ ਦੇਖਿਆ ਕਿ ਸਿੱਖ ਜਥਾ ਨਹੀਂ ਜਾਣ ਦਿੱਤਾ ਗਿਆ। ਹੁਣ ਵੀ ਇੱਕ ਪਾਸੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਔਰ ਪਾਕਿਸਤਾਨ 'ਚ ਕੋਵਿਡ ਦਾ ਬਹੁਤ ਜ਼ਿਆਦਾ ਜ਼ੋਰ ਫੈਲਿਆ ਪਿਆ, ਲੇਕਿਨ ਪਾਕਿਸਤਾਨ ਦੀ ਹਕੂਮਤ ਉਹਨਾਂ ਦੀਆਂ ਨੀਤੀਆਂ ਨੂੰ ਅਸੀਂ ਸਲੂਟ ਕਰਦੇ ਹਾਂ ਕਿ ਇਸ ਸਭ ਦੇ ਬਾਵਜੂਦ ਭਾਰਤੀ ਹਕੂਮਤ ਨੇ ਤਾਂ ਪਿਛਲੇ ਮਹੀਨਿਆਂ 'ਚ ਤਿਆਰ ਜਥਿਆਂ ਨੂੰ ਰੋਕ ਦਿੱਤਾ ਹੈ, ਪਰ ਪਾਕਿਸਤਾਨ ਨੇ ਇਹ ਦੇਖਦੇ ਹਾਂ ਕਿ ਭਾਈ ਇਹ ਵਿਸਾਖੀ ਦੀ ਅਹਿਮੀਅਤ ਔਰ ਅੱਜ ਦੀ ਇੰਡੀਅਨ ਮੀਡੀਆ ਨੇ ਵੀ ਇਹ ਖਬਰਾਂ ਦਿੱਤੀਆਂ ਨੇ visas to 1,100 Sikh pilgrims issued for Vaisakhi celebration, says Pakistan High Commission। और उन्होंने कहा पाकिस्तान हाई कमीशन extends special felicitations to all those celebrating this auspicious occasion and wishes the visiting pilgrims a fulfilling yatra। कि भाई असी 1100 ਨੂੰ ਜਿਹੜਾ ਵੀਜ਼ਾ ਦਿੱਤਾ ਹੈ। The visas has been issued as a special gesture
by Pakistan government in view of the importance of Vaisakhi for Punjabis and Sikhs, marking the start of that new year. ਇਹ ਤਾਂ ਪਾਕਿਸਤਾਨ ਦਾ ਜੈਸਟਰ ਮੋਸਟ ਵੈਲਕਮਿੰਗ ਹੈ। ਲੇਕਿਨ ਹੁਣ ਦੇਖਣਾ ਇਹ ਹੋਏਗਾ ਔਰ ਇਹਨਾਂ ਨੂੰ 10 ਦਿਨ ਦਾ ਵੀਜ਼ਾ 12 ਅਪ੍ਰੈਲ ਤੋਂ 22 ਅਪ੍ਰੈਲ ਤੱਕ ਜਿਹੜੇ ਆਲਰੇਡੀ 1100 ਨੂੰ ਇਸ਼ੂ ਕਰ ਦਿੱਤੇ ਨੇ ਉਹਨਾਂ ਨੇ। ਹੁਣ ਜਿਵੇਂ ਅਸੀਂ ਪਹਿਲੇ ਵੀ ਦੇਖਿਆ ਕਿ ਸਾਕਾ ਨਨਕਾਣਾ ਸਾਹਿਬ ਦੀ 100 ਸਾਲਾ ਯਾਦ ਮਨਾਉਣ ਦੇ ਮੌਕੇ ਐਨ 24 ਘੰਟੇ ਪਹਿਲਾਂ ਰੋਕ ਦਿੱਤਾ ਗਿਆ। ਹੁਣ ਇਹ ਇੱਕ ਟੈਸਟ ਵੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੋਵਿਡ ਦਾ ਜਿਵੇਂ ਮੈਂ ਕਿਹਾ ਕਿ ਰਿਸਰਜੈਂਸ ਹੈ, ਪਰ ਡਿਜ਼ਾਇਰਡ ਜਿਹੜੇ ਕੋਵਿਡ ਟੈਸਟ ਪਹਿਲਾਂ ਤੁਹਾਡੇ ਕੋਲ ਟੈਸਟ ਰਿਪੋਰਟ ਹੋਏ, ਸੇਫ ਡਿਸਟੈਂਸ, ਉੱਥੇ ਵੀ ਜਿਹੜੀਆਂ ਸਾਰਾ ਸੈਨੀਟਾਈਜ਼ ਔਰ ਦੂਸਰਾ ਸਾਰੇ ਪ੍ਰਬੰਧ ਹੁੰਦੇ ਨੇ। ਔਰ ਇਹ ਅਗੇਨ ਇੱਕ ਟੈਸਟ ਹੋਏਗਾ ਔਰ ਇਸ ਗੱਲ ਦੇ ਲਈ ਸਿੱਖ ਕੌਮ ਨੂੰ ਪ੍ਰੈਸ਼ਰ ਬਿਲਡ ਕਰਨਾ ਹੋਏ। ਇਹਦੇ ਬਾਵਜੂਦ ਬਹੁਤ ਸਾਰੇ ਚੈਲੰਜਸ ਨੇ, ਕਿਸਾਨੀ ਮੋਰਚੇ ਨੇ ਬਹੁਤ ਸਾਰੀਆਂ ਚੀਜ਼ਾਂ ਤੋਂ ਹੋਰ ਪਾਸਿਓਂ ਡਿਸਟਰੈਕਟ ਵੀ ਕੀਤਾ ਹੈ, ਲੇਕਿਨ ਇਹ ਸਾਡਾ ਮੁੱਢਲਾ ਮਜ਼ਹਬੀ ਹੱਕ ਹੈ, ਸਾਡਾ ਇਹ ਫਰਜ਼ ਵੀ ਸਾਡੇ ਤੇ ਆਇਤ ਹੁੰਦਾ। ਤੇ ਜੇ ਅਸੀਂ ਕੋਈ ਉਸ ਕਿਸਮ ਦਾ ਨਹੀਂ ਰੱਖਦੇ, ਜੇ ਇੰਡੀਅਨ ਗਵਰਨਮੈਂਟ ਲਗਾਤਾਰਤਾ ਨਾਲ ਸਾਡੇ ਮਜ਼ਹਬੀ ਮਾਮਲਿਆਂ 'ਚ ਦਖਲਅੰਦਾਜ਼ੀ ਕਰ ਰਹੀ ਹੈ, ਫਿਰ ਅਸੀਂ ਵੀ ਲਿਪ ਸਰਵਿਸ ਹੀ ਕਰ ਰਹੇ ਹੋਵਾਂਗੇ ਕਿ ਅਰਦਾਸ ਤਾਂ ਅਸੀਂ 2 ਵੇਲੇ ਮੰਗਦੇ ਹਾਂ ਕਿ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ। ਔਰ ਹੁਣ ਜੇ ਦਰਸ਼ਨ ਦੀਦਾਰ ਦੇ ਮੌਕੇ ਵੀ ਨੇ, ਸੇਵਾ ਸੰਭਾਲ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ, ਗੁਰਦੁਆਰਿਆਂ ਦੀ ਹਿਫਾਜ਼ਤ ਵੀ ਹੈ, ਆਉਣ ਦੇ ਲਈ ਉੱਥੇ ਪੂਰੀਆਂ ਸਹੂਲਤਾਂ ਵੀ ਮੁਹੱਈਆ ਨੇ। ਤੇ ਜੇ ਇੰਡੀਅਨ ਗਵਰਨਮੈਂਟ ਰੁਕਾਵਟ ਬਣਦੀ ਹੈ ਔਰ ਅਸੀਂ ਉਹਨੂੰ ਚੈਲੰਜ ਨਹੀਂ ਕਰਦੇ, ਫਿਰ ਇਹੀ ਹੋਏਗਾ ਕਿ ਵੀ ਅਸੀਂ ਵੀ ਗੁਰੂ ਦੇ ਜਿਹੜਾ ਹੈ ਉਹ ਸਿੱਖ ਕਹਾਣ ਦਾ ਹੱਕ ਨਹੀਂ ਰੱਖਦੇ, ਕਿ ਅਸੀਂ ਵੀ ਐਵੇਂ ਵਕਤਨ ਇਹ ਗੱਲਾਂ ਹੀ ਕਰ ਰਹੇ ਹਾਂ। ਪ੍ਰੈਕਟੀਕਲੀ ਅਸੀਂ ਉਹਨਾਂ ਹਰਡਲਸ ਨੂੰ ਜਿਹੜਾ ਇੰਡੀਅਨ ਗਵਰਨਮੈਂਟ ਬਾਰ-ਬਾਰ ਸਾਡੇ ਰਸਤੇ 'ਚ ਖੜੀ ਕਰ ਰਹੀ ਹੈ, ਉਹਨਾਂ ਨੂੰ ਚੈਲੰਜ ਕਰੀਏ ਔਰ ਉਹਨਾਂ ਨੂੰ ਤੋੜੀਏ। ਬਿਲਕੁਲ ਜਿਵੇਂ ਅਸੀਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਦਾ ਵਿਚਾਰ ਕਰਦੇ, ਅੱਜ ਵੀ ਗੌੜੀ ਰਾਗ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ ਦੀ ਵਿਚਾਰ ਚਰਚਾ ਚੱਲ ਰਹੀ ਹੈ। ਔਰ ਇਹ ਗੌੜੀ ਰਾਗ ਦਾ ਹੀ ਸ਼ਬਦ ਹੈ, ਗੌੜੀ ਕਬੀਰ ਜੀ। ਉਪਜੈ ਨਿਪਜੈ ਨਿਪਜ ਸਮਾਈ, ਨੈਣੈ ਦੇਖਤ ਇਹੋ ਜਗ ਜਾਈ, ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾਓ। ਹੁਣ ਬਾਰ-ਬਾਰ ਜਿਵੇਂ ਫਕੀਰ ਸੂਫੀ ਰੱਬ ਦੇ ਬੰਦੇ ਇਹੀ ਯਾਦ ਕਰਵਾਉਂਦੇ ਨੇ ਕਿ ਜਿਹੜਾ ਤੇਰਾ ਇਸ ਧਰਤੀ ਤੇ ਸਫ਼ਰ ਹੈ ਇਹ ਤੇਰਾ ਟ੍ਰਾਂਜ਼ਿਟ ਹੈ। ਟ੍ਰਾਂਜ਼ਿਟ ਜਿਹੜੇ ਲੋਕ ਹਵਾਈ ਜਹਾਜ਼ਾਂ 'ਚ ਸਫ਼ਰ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਭਾਈ ਜੇ ਤੁਸੀਂ ਲਾਹੌਰ ਤੋਂ ਨਿਊਯਾਰਕ ਆਉਣਾ ਤੇ ਵਾਇਆ ਲੰਡਨ ਹੈ ਜੇ, ਤੇ ਲੰਡਨ ਤੁਹਾਡਾ ਟ੍ਰਾਂਜ਼ਿਟ ਹੈ। ਨਹੀਂ ਉਤਰੋਗੇ ਤੁਸੀਂ, ਜਹਾਜ਼ ਤਾਂ ਉਤਰਦਾ ਹੈ, ਤੁਸੀਂ ਕੁਛ ਘੰਟੇ ਹੁੰਦੇ ਵੀ ਹੋ, ਪਰ ਫਿਰ ਤੁਸੀਂ ਚੜ੍ਹਦੇ ਹੋ ਕਿ ਤੁਹਾਡੀ ਮੰਜ਼ਿਲ ਅਲਟੀਮੇਟਲੀ ਨਿਊਯਾਰਕ ਹੈ। ਸੋ ਇਸੇ ਤਰ੍ਹਾਂ ਰੱਬ ਨੇ ਸਾਨੂੰ ਇਸ ਧਰਤੀ ਦੇ ਉੱਤੇ ਭੇਜਿਆ। ਇਹ ਸਾਡਾ ਪੱਕਾ ਨਿਵਾਸ ਨਹੀਂ ਹੈ, ਪੱਕਾ ਟਿਕਾਣਾ ਨਹੀਂ, ਪੱਕਾ ਠੌਰ ਨਹੀਂ, ਇਹ ਸਾਡਾ ਟ੍ਰਾਂਜ਼ਿਟ ਹੈ। ਔਰ ਇਹ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਜੇ ਅਸੀਂ ਆਪਣੀ ਜ਼ਿੰਦਗੀ ਜਾਂ ਇਹ ਸਾਨੂੰ ਜੋ ਮੌਕਾ ਰੱਬ ਨੇ ਦਿੱਤਾ ਹੈ, ਇਹ ਸਿਰਫ ਉਹਨਾਂ ਚੀਜ਼ਾਂ ਨੂੰ ਇਕੱਠੇ ਕਰਨ ਤੇ ਲਾਵਾਂਗੇ, ਦੌਲਤ ਮਕਾਨ ਔਰ ਐਸ਼ੋ ਇਸ਼ਰਤ ਤੇ ਜਾਣ ਲੱਗਿਆਂ ਤਾਂ ਤੁਸੀਂ ਨਾਲ ਸੂਈ ਵੀ ਨਹੀਂ ਲਿਜਾ ਸਕਦੇ। ਤੇ ਇਹਦਾ ਮਤਲਬ ਹੋਏਗਾ ਵੀ ਸਾਡੀ ਮਿਹਨਤ ਬੇਕਾਰ ਗਈ ਤੇ ਅਸੀਂ ਅਸਲ ਨਾਲੋਂ ਟੁੱਟ ਕੇ ਆਪਣੀ ਜ਼ਿੰਦਗੀ ਖਵਾਰੀ ਦੇ ਵਿੱਚ ਗੁਜ਼ਾਰੀ। ਔਰ ਇਹ ਰਹਾਓ ਦੀ ਤੁਕ 'ਚ ਹੈ ਕਿ ਲਾਜ ਨਾ ਮਰੋ ਕਹੋ ਘਰ ਮੇਰਾ। ਕਿ ਤੈਨੂੰ ਸ਼ਰਮ ਨਹੀਂ ਆਉਂਦੀ, ਲਾਜ ਨਾਲ ਤੂੰ ਮਰਦਾ ਨਹੀਂ, ਕਿ ਤੂੰ ਇਹ ਕਹਿੰਦਾ ਕਿ ਵੀ ਇਹ ਮੇਰਾ ਘਰ ਹੈ, ਕਿ ਇਹ ਧਰਤੀ ਹਮੇਸ਼ਾ ਲਈ ਜਿਵੇਂ ਤੇਰੇ ਨਾਂ ਰਜਿਸਟਰੀ ਹੋਈ ਹੈ, ਤੂੰ ਵੀ ਨਹੀਂ ਮਰਨਾ ਤੇ ਧਰਤੀ ਵੀ ਇੱਥੇ ਰਹਿਣੀ ਹੈ ਤੇਰੇ, ਔਰ ਤੂੰ ਵੀ ਜਿਉਂਦਾ ਰਹਿਣਾ। ਅੰਤ ਕੀ ਬਾਰ ਨਹੀਂ ਕਛ ਤੇਰਾ। ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਤੇਰਾ ਅਖੀਰ ਵੇਲਾ ਆਣਾ ਤੇ ਤੇਰੇ ਪੱਲੇ ਕੁਛ ਨਹੀਂ ਹੋਣਾ, ਕੁਛ ਵੀ ਤੇਰਾ ਨਹੀਂ ਹੈ। ਉਪਜੈ ਨਿਪਜੈ ਨਿਪਜ ਸਮਾਈ, ਇੱਥੋਂ ਕਿ ਭਾਈ ਇੱਥੇ ਕ੍ਰੀਏਸ਼ਨ ਹੁੰਦੀ ਹੈ ਮਾਂ ਔਰ ਬਾਪ ਦੇ ਸੰਬੰਧਾਂ ਦੇ ਨਾਲ, ਉਪਜਣਾ ਹੁੰਦਾ, ਨਿਪਜੈ ਹੁੰਦਾ ਕਿ ਉਸ 'ਚੋਂ ਫਿਰ ਵੱਡੇ ਹੋਣਾ, ਕਿ ਉਪਜੈ ਨਿਪਜੈ ਨਿਪਜ ਸਮਾਈ, ਕਿ ਤੁਸੀਂ ਪੈਦਾ ਹੋਏ, ਨਿਪਜੇ ਔਰ ਫਿਰ ਉਸ ਦੇ ਵਿੱਚ ਹੀ ਵਾਪਸ ਸਮਾ ਗਏ। ਨੈਣੈ ਦੇਖਤ ਇਹੋ ਜਗ ਜਾਈ, ਅੱਖਾਂ ਦੇਖ ਰਹੀਆਂ ਨੇ ਕਿ ਇਹੀ ਹਾਲ ਹਰ ਇੱਕ ਦਾ ਹੋ ਰਿਹਾ ਕਿ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਕਿ ਇੱਕ ਗੱਲ ਦੇਖ ਲੈ ਕਿ ਭਾਈ ਜਿਹੜਾ
ਪੈਦਾ ਹੋਇਆ ਹੈ, ਉਪਜਿਆ ਹੈ, ਉਹਨੇ ਡਿਸਟਰੋਏ ਵੀ ਹੋਣਾ ਹੈ। ਨੈਣਾ ਦੇਖਤ ਇਹੋ ਜਗ ਜਾਈ, ਅੱਖਾਂ ਦੇਖ ਰਹੀਆਂ ਨੇ ਕਿ ਭਾਈ ਇਹ ਸੰਸਾਰ ਜਾ ਰਿਹਾ ਹੈ, ਪਰ ਫਿਰ ਵੀ ਤੂੰ ਬੇਸ਼ਰਮੀ ਨਾਲ ਕਹਿੰਦਾ ਹੈ ਲਾਜ ਨਾ ਮਰੋ ਕਹੋ ਘਰ ਮੈਂ, ਤੂੰ ਸ਼ਰਮ ਨਾਲ ਮਰਦਾ ਕਿਉਂ ਨਹੀਂ ਜਦੋਂ ਤੂੰ ਕਹਿੰਦਾ ਹੈ ਕਿ ਇਹ ਮੇਰਾ ਘਰ ਹੈ, ਕਿਉਂਕਿ ਅੰਤ ਕੀ ਬਾਹਰ ਨਹੀਂ ਕਛ ਤੇਰਾ, ਤੇਰਾ ਅਖੀਰ ਵੇਲੇ ਕੁਛ ਨਹੀਂ ਹੈ। ਅਨਿਕ ਜਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ, ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਟ ਕੈ ਸੰਗਾ। ਕਾਇਆ ਕਹਿੰਦੇ ਨੇ ਸਰੀਰ ਨੂੰ, ਕਿ ਕਿੰਨੇ ਯਤਨਾਂ ਦੇ ਨਾਲ, ਕਿਵੇਂ ਡੰਡ ਮਾਰ ਮਾਰ ਕੇ, ਕਿਵੇਂ ਸਟੀਰੋਇਡ ਖਾ ਖਾ ਕੇ, ਡੋਲੇ ਬਣਾ ਬਣਾ ਕੇ ਜਿਹੜੇ ਦਿਖਾਉਂਦੇ ਨੇ ਜੀ ਅਸੀਂ ਕਿਵੇਂ ਸਰੀਰ ਬਣਾਇਆ, ਪਾਲਿਆ, ਕਮਾਇਆ, ਭਲਵਾਨੀ ਜ਼ਬਾਨ 'ਚ ਕਹਿੰਦੇ ਸੀ ਸਰੀਰ ਕਮਾਇਆ। ਅਨੇਕ ਯਤਨ ਕਰ ਕਾਇਆ ਪਾਲੀ, ਜਿਸ ਸਰੀਰ ਨੂੰ ਇੰਨੇ ਐਫਰਟ ਕਰਕੇ ਪਾਲਿਆ ਜਾ ਰਿਹਾ ਹੈ, ਮਰਤੀ ਬਾਰ ਅਗਨ ਕਿ ਅਖੀਰ ਵੇਲੇ ਉਹਨੂੰ ਅੱਗ 'ਚ ਸਾੜ ਦਿਓ ਜਾਂ ਉਸ ਨੂੰ ਧਰਤੀ 'ਚ ਦਫਨਾ ਦਿਓ, ਉਸਨੇ ਤਾਂ ਮਿੱਟੀ ਹੋ ਜਾਣਾ। ਮਰਤੀ ਬਾਰ ਅਗਨ ਸੰਗ ਜਾਲੀ, ਚੋਆ ਚੰਦਨ ਮਰਦਨ ਅੰਗਾ। ਚੋਆ ਕਹਿੰਦੇ ਨੇ ਅਤਰ ਨੂੰ, ਜਾਂ ਇਤਰ ਵੀ ਕਹਿੰਦੇ ਨੇ, ਕਿ ਚੰਦਨ ਵਾਹ ਖੁਸ਼ਬੂਆਂ, ਕਿ ਇਸ ਬਾਡੀ ਦੇ ਉੱਤੇ ਚੋਆ, ਇਤਰ ਔਰ ਫਲੇਲ ਔਰ ਚੰਦਨ ਔਰ ਇਹ ਸਾਰਾ ਮਲ ਮਲ ਕੇ, ਮਰਦਨ ਹੁੰਦਾ ਮਾਲਿਸ਼ ਕਰਨੀ, ਕਿ ਵੀ ਜਿਸ ਸਰੀਰ ਤੇ ਚੋਏ ਤੇ ਚੰਦਨ ਦੀ ਮਾਲਿਸ਼ ਕੀਤੀ, ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲਿਆ ਕਾਟ ਕੈ ਸੰਗਾ। ਅਲਟੀਮੇਟਲੀ ਇਹ ਸਰੀਰ ਜਿਹੜਾ ਉਹ ਲੱਕੜ ਦੇ ਨਾਲ ਸੜ ਜਾਂਦਾ ਹੈ, ਕਿਉਂਕਿ ਇਹ ਹਿੰਦੂ ਪ੍ਰੈਕਟਿਸ ਜਿਹੜੀਆਂ ਨੇ ਜਾਂ ਸਿੱਖ ਵੀ ਕ੍ਰੀਮੇਸ਼ਨ ਦੀ ਹੈ, ਔਰ ਲੱਕੜਾਂ ਦੇ ਨਾਲ ਹੀ ਸਾੜਿਆ ਜਾਂਦਾ ਸੀ। ਸੋ ਉਹਨਾਂ ਨੂੰ ਹੀ ਰਿਮਾਈਂਡ ਕਰਵਾਇਆ ਬਾਰ-ਬਾਰ। ਹਾਲਾਂਕਿ ਜਦੋਂ ਅਸੀਂ ਬਾਬਾ ਫਰੀਦਗੰਜ ਸ਼ੱਕਰ ਉਹਨਾਂ ਦਾ ਕਲਾਮ ਦੇਖਦੇ, ਸੋ ਉਹਨਾਂ ਨੇ ਕਬਰ ਦੀ ਔਰ ਅਲਟੀਮੇਟਲੀ ਗੌਰ ਕਬਰ ਨੂੰ ਕਹਿੰਦੇ ਨੇ ਕਿ ਭਾਈ ਕਿਵੇਂ ਜਿਹੜਾ ਉਹਨਾਂ ਨੇ ਕਿਹਾ ਕਿ ਜੈ ਸਿਰ ਚੁਣ ਚੁਣ ਬਾਂਧੈ ਭਾਗ, ਸੋ ਸਿਰ ਚੁੰਚ ਸਵਾਰੇ ਕਾਗ, ਕਿ ਵੀ ਕਿਵੇਂ ਕਾਂ ਜਿਹੜਾ ਉਹ ਠੂੰਗੇ ਮਾਰੇਗਾ, ਅਲਟੀਮੇਟਲੀ ਕੀ ਹੋਏਗਾ ਕਿ ਭਾਈ ਜਿਨ੍ਹਾਂ ਅੱਖਾਂ ਨੂੰ ਜਿਹੜੀਆਂ ਕੱਜਲ ਰੇਖ ਨਾਲ ਸਹਿੰਦੇ ਆ, ਕਿ ਉਹਨਾਂ ਦੇ ਵਿੱਚ ਕਿਵੇਂ ਜਿਹੜੇ ਨੇ ਉਹ ਪੰਛੀਆਂ ਨੇ ਆਪਣੇ ਆਲਣੇ ਬਣਾਏ ਹੁੰਦੇ, ਉਹ ਕਬਰ ਦੇ ਹਵਾਲੇ ਨਾਲ। ਸੋ ਇੱਥੇ ਇਹ ਹੈ ਵੀ ਇਹ ਜਿਸ ਸਰੀਰ ਨੂੰ ਚੋਆ ਚੰਦਨ ਦੀਆਂ ਮਾਲਿਸ਼ਾਂ ਕਰ ਕਰਕੇ ਔਰ ਪੂਰਾ ਪਾਲਿਆ, ਅਲਟੀਮੇਟਲੀ ਸੋ ਤਨ ਜਲੈ ਕਾਟ ਕੈ ਸੰਗਾ, ਕਹੋ ਕਬੀਰ ਸੁਨੋਰੇ ਗੁਨੀਆਂ, ਬਿਨਸੈ ਗੋ ਰੂਪ ਦੇਖੈ ਸਭ ਦੁਨੀਆ। ਕਿ ਕਬੀਰ ਸਾਹਿਬ ਕਹਿੰਦੇ ਨੇ ਗੁਣੀਆਂ ਵਿਚਾਰਵਾਨ ਲੋਕਾਂ ਨੂੰ, ਸਿਆਣੇ ਲੋਕ, ਦਾਨਿਸ਼ਮੰਦ ਲੋਕ, ਕਿ ਭਾਈ ਇਹ ਗੱਲ ਕਬੀਰ ਸਾਹਿਬ ਕਹਿੰਦੇ ਨੇ ਸੁਣੋ ਭਾਈ ਦੁਨੀਆ ਦੇ ਵਿਚਾਰਵਾਨੋ, ਸਿਆਣਿਓ, ਅਕਲਮੰਦੋ, ਦਾਨਿਸ਼ਮੰਦੋ, ਬਿਨਸੈ ਗੋ ਰੂਪ, ਜਿਸ ਸ਼ਕਲ ਦੇ ਉੱਤੇ, ਜਿਸ ਖੂਬਸੂਰਤੀ ਦੇ ਉੱਤੇ, ਜਿਸ ਰੂਪ ਦੇ ਉੱਤੇ ਤੁਸੀਂ ਮਾਣ ਕਰਦੇ ਹੋ, ਬਿਨਸੈ ਗੋ ਮਤਲਬ ਡਿਸਟਰੋਏ ਹੋਏਗਾ, ਇਹਨੇ ਅਲਟੀਮੇਟਲੀ ਚਲੇ ਜਾਣਾ। ਦੇਖਿਆ ਸਭ ਦੁਨੀਆ ਦੇਖ ਰਹੀ ਹੈ ਵੀ ਕਿੰਨੇ ਕਿੰਨੇ ਖੂਬਸੂਰਤ, ਕਿੰਨੇ ਕਿੰਨੇ ਮਸ਼ਹੂਰ, ਕਿੰਨੇ ਕਿੰਨੇ ਵੱਡੇ ਅਮੀਰ, ਰਾਜਾ ਰੰਕ ਸਾਰੇ ਜਿਹੜੇ ਨੇ, ਜਿਸ ਨੂੰ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਕਿ ਭਾਈ ਕਿਵੇਂ ਇਹ ਜਿਹੜਾ ਸਾਰਾ ਮੌਤ ਦੀ ਬਿੱਲੀ ਜਿਹੜੀ ਹੈ ਉਹ ਖਾ ਰਹੀ ਹੈ ਸਾਰੇ ਇਹਨਾਂ ਚੂਹੇ ਰੂਪੀ ਸਰੀਰ ਨੂੰ, ਔਰ ਉਹਨਾਂ ਦਾ ਹੈ ਕਿ ਭਾਈ ਕਿਵੇਂ ਇਹ ਦੁਨੀਆ ਜਾ ਰਹੀ ਹੈ ਔਰ ਹਰ ਕੋਈ ਉਸ ਨੇ ਚਲੇ ਜਾਣਾ ਹੈ। ਔਰ ਜੇ ਇਸ ਗੱਲ ਦੀ ਸਮਝ ਨਹੀਂ ਹੈ ਬਿਨਸੈ ਗੋ ਰੂਪ ਦੇਖਿਆ ਸਭ ਦੁਨੀਆ, ਤੇ ਫਿਰ ਇਹੀ ਭੁਲੇਖਾ ਹੈ। ਔਰ ਉਸੇ ਨੂੰ ਹੀ ਲੱਜ ਕਿਹਾ ਸੀ ਉਹਨਾਂ ਨੇ ਰਹਾਉ ਦੀ ਤੁਕ 'ਚ, ਲਾਜ ਨਾ ਮਰੋ ਕਹੋ ਘਰ ਮੇ। ਫਿਰ ਵੀ ਜੇ ਤੁਸੀਂ ਦੇਖ ਰਹੇ ਹੋ ਕਿ ਸਭ ਕੁਛ ਬਿਨਸ ਰਿਹਾ, ਕਿ ਇਹ ਜਿਹੜਾ ਇਹਦੇ ਬਾਵਜੂਦ ਤੁਹਾਨੂੰ ਲੱਗਦਾ ਵੀ ਤੁਸੀਂ ਇੱਥੇ ਰਹਿਣਾ, ਫਿਰ ਤੁਹਾਡੇ ਤੋਂ ਨਿਲੱਜ ਕੋਈ ਨਹੀਂ, ਤੁਹਾਡੇ ਤੋਂ ਬੇਸ਼ਰਮ ਕੋਈ ਨਹੀਂ। ਐਸੋ ਇਹੋ ਸੰਸਾਰ ਪੇਖਣਾ, ਰਹਿਨ ਨਾ ਕਉ ਪਈ ਹੈ ਰੇ, ਇਹ ਵੀ ਕਬੀਰ ਸਾਹਿਬ ਦਾ ਸ਼ਬਦ ਹੈ। ਐਸੋ ਇਹੋ ਸੰਸਾਰ ਪੇਖਣਾ, ਰਹਿਨ ਨਾ ਕਉ ਪਈ ਹੈ ਰੇ, ਸੂਧੇ ਸੂਧੇ ਰੇਗ ਚਲੋ ਤੁਮ, ਨਾ ਤਰ ਕੁ ਧੱਕਾ ਦਵਈ ਹੈ ਰੇ, ਬਾਰੇ ਬੂਢੇ ਤਰਨੇ ਭਈਆ, ਸਭ ਹੂੰ ਜਮ ਲੈ ਜਈਆ ਰੇ, ਮਾਨਸ ਬਪਰਾ ਮੂਸਾ ਕੀਨੋ, ਮੀਚ ਬਿਲਈਆ ਖਈ ਹੈ ਰੇ। ਕਿ ਬੰਦਾ ਵਿਚਾਰਾ ਤਾਂ ਚੂਹੇ ਵਾਂਗ ਹੈ ਤੇ ਮੌਤ ਦੀ ਬਿੱਲੀ ਜਿਹੜੀ ਹੈ ਉਹਨੂੰ ਖਾ ਰਹੀ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰੱਬ ਰਾਖਾ।